ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਦੇ ਹੈਲੀਕਾਪਟਰ ਹੈਲੀਪੈਡ ਦੇ ਕੋਲੋਂ ਜਿਹੜਾ ਇੱਕ ਬੰਬ ਮਿਲਿਆ, ਕੀ ਉਹ ਬੰਬ ਕੌਣ ਰੱਖ ਕੇ ਗਿਆ, ਕਿਵੇਂ ਆਇਆ ਤੇ ਕੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀਗੀ। ਗੱਲਬਾਤ ਜਿਹੜੀ ਆ ਉਸ ਤੇ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਕਿੰਜ ਕਰਨਗੇ, ਕਿਵੇਂ, ਕੌਣ ਕਿਸ ਤਰੀਕੇ ਦੇ ਨਾਲ ਸਿੱਧੂ ਦਾ ਸਾਥ ਦੇਣ ਜਾ ਰਿਹਾ ਹੈ, ਇਸ ਤੇ ਗੱਲਬਾਤ ਕਰਾਂਗੇ। ਤੇ ਸਿੱਧੂ ਦੇ ਆਉਣ ਤੋਂ ਬਾਅਦ ਖੂੰਜੇ ਲਾਉਣ ਦੀ ਤਿਆਰੀ ਕਿਸ ਤਰ੍ਹਾਂ ਹੈ, ਗੱਲ ਉਸ ਤੇ ਵੀ। ਤੇ ਨਾਲ ਹੀ ਨਾਲ ਗੱਲਬਾਤ ਜਿਹੜੀ ਹੈ ਉਹ ਕੁਝ ਹੋਰ ਖਬਰਾਂ ਤੇ ਵੀ, ਜਿਵੇਂ ਜਿਹੜੇ ਆ ਆਪਣਾ ਚੰਮ ਬਚਾਉਣ ਦੇ ਲਈ ਭਾਜਪਾ ਦੇ ਵਿੱਚ ਭੱਜ ਕੇ ਗਏ ਕਾਂਗਰਸੀ ਲੀਡਰਾਂ ਦੇ ਉੱਪਰ ਵੀ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਸ਼ਿਕੰਜਾ ਜਿਹੜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕਿਹਦੇ ਉੱਪਰ ਹੁਣ ਜਿਹੜਾ ਸ਼ਿਕੰਜਾ ਕੱਸਿਆ ਹੈ ਤੇ ਕਿਹੜੇ ਲੀਡਰ ਰਡਾਰ ਤੇ ਨੇ, ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਹੈ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸਭ ਤੋਂ ਪਹਿਲਾਂ ਮਹੱਤਵਪੂਰਨ ਜਿਹੜੀ ਖਬਰ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਦੇ ਹੈਲੀਪੈਡ ਦੇ ਕੋਲੋਂ ਇੱਕ ਬੰਬ ਦਾ ਮਿਲਣਾ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਕਹੀਏ ਕਿ ਚਿੰਤਾ ਵਾਲੀ ਗੱਲ ਹੈਗੀ ਆ। ਅਣਖੀ ਸਾਹਿਬ, ਇਹ ਬੰਬ ਜਿਹੜਾ ਚੰਡੀਗੜ੍ਹ ਦੇ ਵਿੱਚ ਮਿਲਿਆ, ਹੈਲੀਪੈਡ ਜਿਹੜਾ ਉੱਥੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਕੋਲੇ ਬਣਿਆ ਹੋਇਆ, ਉੱਥੋਂ ਮਿਲਿਆ, ਤੇ ਇਹ ਬੰਬ ਦੀ ਸਿਚੁਏਸ਼ਨ ਕੀ ਸੀ? ਕਿ ਬੰਬ ਫਿੱਟ ਕੀਤਾ ਗਿਆ ਸੀ ਜਾਂ ਬੰਬ ਜਿਹੜਾ ਚੱਲਿਆ ਹੋਇਆ ਸੀ ਪਹਿਲਾਂ, ਜਾਂ ਕਹਿ ਦਈਏ ਕਿ ਬੰਬ ਜਿਹੜਾ ਹੈ ਉਹ ਖਸਤਾ ਹਾਲਤ ਦੇ ਵਿੱਚ ਜਾਂ ਮਾੜੀ ਹਾਲਤ ਦੇ ਵਿੱਚ ਜਾਂ ਵੈਸੇ ਸੁੱਟਿਆ ਹੋਇਆ ਸੀ? ਇਹ ਬੰਬ ਮਿਲਿਆ ਕਿਵੇਂ? ਕਿਉਂਕਿ ਆਪਾਂ ਲਗਾਤਾਰ ਇਹ ਵੀ ਦੱਸਦੇ ਆ ਰਹੇ ਹਾਂ ਕਿ ਨਵੇਂ ਸਾਲ ਦੇ ਨੇੜੇ ਤੇੜੇ ਏਜੰਸੀਆਂ ਦੇ ਵੱਲੋਂ ਇਨਪੁਟ ਸੀਗੀ ਕਿ ਪੰਜਾਬ ਨੂੰ ਦਹਿਲਾਉਣ ਦੀ ਜਿਹੜੀ ਕੋਸ਼ਿਸ਼ ਹੈ। ਤਾਂ ਅਣਖੀ ਸਾਹਿਬ, ਕਿਵੇਂ ਦੇਖਦੇ ਇਸ ਪੂਰੀ ਘਟਨਾ ਨੂੰ? ਇਸ ਸੰਬੰਧੀ ਪੂਰੀ ਜਾਣਕਾਰੀ ਵੀ ਦਿਓ। ਇਹ ਸੁਖਵਿੰਦਰ ਜੀ ਬੜੀ ਮਹੱਤਵਪੂਰਨ ਘਟਨਾ ਜਿਹੜੀ ਆ ਅੱਜ ਵਾਪਰੀ ਹੈ ਚੰਡੀਗੜ੍ਹ 'ਚ, ਖਾਸ ਤੌਰ ਤੇ ਜਿਹੜਾ ਬੜਾ ਪੋਸ਼ ਏਰੀਆ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੈਲੀਕਾਪਟਰ ਲੈਂਡ ਕਰਦਾ, ਹੈਲੀਪੈਡ ਜਿੱਥੇ ਉਹ ਬਣਿਆ ਹੈ। ਤਾਂ ਵਾਸਤੇ ਉਹਨਾਂ ਦੇ ਰਿਹਾਇਸ਼ ਦੇ ਲਾਗੇ ਹੀ ਉਹਨਾਂ ਦਾ ਹੈਲੀਕਾਪਟਰ ਜਿੱਥੇ ਉਤਰਦਾ, ਉੱਥੋਂ ਇੱਕ ਬੰਬਨੁਮਾ ਚੀਜ਼ ਜਿਹੜੀ ਆ, ਕਹਿੰਦੇ ਨੇ ਕਿ ਦੁਪਹਿਰੇ ਕਿਸੇ ਰਾਹਗੀਰ ਨੇ ਵੇਖੀ। ਤਾਂ ਰਾਹਗੀਰ ਨੇ ਜਦੋਂ ਵੇਖ ਕੇ ਤੇ ਉਹਦੇ ਸੰਬੰਧੀ ਉਹਨੂੰ ਕੁਦਰਤੀ ਤੌਰ ਤੇ ਚਿੰਤਾ ਹੋਈ ਕਿ ਇਹ ਕੀ ਚੀਜ਼ ਹੈ, ਬੰਬਨੁਮਾ ਚੀਜ਼। ਤਾਂ ਉਸਨੇ 100 ਨੰਬਰ ਤੇ ਫੋਨ ਜਿਹੜਾ ਉਹ ਕੀਤਾ। ਤਾਂ ਜਦੋਂ 100 ਨੰਬਰ ਤੇ ਫੋਨ ਕੀਤਾ ਤਾਂ ਕੰਟਰੋਲ ਰੂਮ ਜਿਹੜੇ ਆਪਣੇ ਪੁਲਿਸ ਕਰਮਚਾਰੀ ਸਨ, ਜਦੋਂ ਉੱਥੇ ਪਹੁੰਚੇ ਤਾਂ ਫਿਰ ਉੱਥੇ ਇੱਕਦਮ ਕੰਮ ਜਿਹੜਾ ਉਹ ਮਚ ਗਿਆ। ਸਥਿਤੀ ਜਿਹੜੀ ਆ ਇੱਕਦਮ ਚਿੰਤਾਜਨਕ ਜਿਹੜੀ ਬਣ ਗਈ। ਤਾਂ ਹੁਣ ਬਕਾਇਦਾ ਤੌਰ ਤੇ ਕਹਿੰਦੇ ਕਿ ਉਹ ਜਿਹੜਾ ਚੰਡੀ ਕੈਂਪ ਹੈ ਉੱਥੋਂ ਵੀ ਆਰਮੀ ਨੂੰ ਬੁਲਾ ਲਿਆ ਗਿਆ, ਔਰ ਬੰਬ ਦੇ ਆਲੇ ਦੁਆਲੇ ਜਿਹੜੀ ਚੀਜ਼ ਹੈ ਉਹਦੇ ਆਲੇ ਦੁਆਲੇ ਰੇਤ ਜਿਹੜੀ ਆ, ਰੇਤ ਦੀਆਂ ਬੋਰੀਆਂ, ਉਹ ਉਹਨਾਂ ਦੀ ਕੰਧ ਜਿਹੜੀ ਉਸਾਰ ਦਿੱਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਜਿਹੜੀ ਆ ਨਾ ਵਾਪਰੇ। ਔਰ ਬਕਾਇਦਾ ਤੌਰ ਤੇ ਡਿਫਿਊਜ਼ ਉਸ ਬੰਬ ਨੂੰ ਕਰਨ ਵਾਸਤੇ ਚੰਡੀ ਮੰਦਿਰ ਤੋਂ ਜਿਹੜਾ ਹੈ ਉਹ ਆਰਮੀ ਦੀ ਜਿਹੜੀਆਂ ਟੁਕੜੀਆਂ ਉਹ ਵੀ ਕਾਲ ਉਹਨਾਂ ਨੂੰ ਕਰ ਲਿਆ। ਤੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਚੰਡੀਗੜ੍ਹ ਪੁਲਿਸ ਦੇ ਤੇ ਈਵਨ ਕਿ ਪੰਜਾਬ ਪੁਲਿਸ ਦੇ ਵੀ ਅਧਿਕਾਰੀ ਜਿਹੜੇ ਨੇ ਉੱਥੇ ਮੌਕੇ ਤੇ ਮੌਜੂਦ ਹੈਗੇ ਆ। ਹੁਣ ਸੁਖਵਿੰਦਰ ਜੀ, ਅਜਿਹੀ ਹਾਲਤ ਵਿੱਚ ਜਦੋਂ ਅੱਜ ਤੋਂ 3 ਦਿਨ ਪਹਿਲਾਂ 30 ਦਸੰਬਰ ਨੂੰ ਸੁਖਚੈਨ ਸਿੰਘ ਗਿੱਲ ਹੋਣਾ ਨੇ ਬਕਾਇਦਾ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਜਿਹੜੇ ਅੱਤਵਾਦੀ ਨੇ ਲੰਡਾ ਹਰੀ ਕੇ ਜਾਂ ਹੋਰ ਜਿਹੜੇ ਪਾਕਿਸਤਾਨ 'ਚ ਬੈਠੇ ਨੇ, ਪੰਜਾਬ ਦੇ ਅੰਦਰ ਕੁਝ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਫਿਰਾਕ ਦੇ ਵਿੱਚ ਨੇ। ਕੁਦਰਤੀ ਤੌਰ ਤੇ ਇਸ ਤੋਂ ਵੱਡੀ ਘਟਨਾ ਹੋਰ ਜਿਹੜੀ ਕੀ ਹੋ ਸਕਦੀ, ਆਪਣੇ ਆਪ ਦੇ ਵਿੱਚ ਹੀ ਇਹ ਇੱਕ ਸਵਾਲੀਆ ਨਿਸ਼ਾਨ ਜਿਹੜਾ ਉਹ ਸਥਿਤੀ ਤੇ ਲੱਗਦਾ। ਇਹਦੇ ਨਾਲ ਹੀ ਨਾਲ ਤੁਹਾਨੂੰ ਇਹ ਵੀ ਯਾਦ ਹੋਊਗਾ, ਆਪਾਂ ਉਸ ਦਿਨ ਗੱਲ ਕੀਤੀ ਕਿ ਰਾਹੁਲ ਗਾਂਧੀ ਦੀ ਜਿਹੜੀ ਯਾਤਰਾ ਹੈਗੀ ਆ, ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਉਹਨੇ ਪੰਜਾਬ 'ਚ ਐਂਟਰ ਕਰਨਾ। ਤਾਂ ਉਸ ਤੋਂ ਪਹਿਲਾਂ ਹੀ ਕਾਂਗਰਸ ਦੇ ਜਿਹੜੇ ਵੇਨੂਗੋਪਾਲ ਨੇ, ਉਹਨਾਂ ਨੇ ਅਮਿਤ ਸ਼ਾਹ ਉਹਨਾਂ ਨੂੰ ਬਕਾਇਦਾ ਤੌਰ ਤੇ ਚਿੱਠੀ ਲਿਖ ਕੇ ਇਹ ਗੱਲ ਕਹੀ ਗਈ ਆ ਕਿ ਪੰਜਾਬ ਇੱਕ ਡਿਸਟਰਬ ਏਰੀਆ, ਤਾਂ ਇਹਦੇ ਵਿੱਚ ਉਹਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਜਾਣ। ਰਾਹੁਲ ਗਾਂਧੀ ਦੀ ਤੇ ਇੱਕ ਪਾਸੇ ਕੇਸੀ ਵੇਨੂਗੋਪਾਲ ਦੀ ਇਹ ਚਿੱਠੀ ਦਾ ਜਾਣਾ, ਦੂਜੇ ਪਾਸੇ ਸੁਖਚੈਨ ਸਿੰਘ ਗਿੱਲ ਹੋਣਾ ਦਾ ਇਹ ਗੱਲ ਦਾ ਕਹਿਣਾ, ਦੱਸਣਾ, ਇਨਫੋਰਮੇਸ਼ਨ ਜ਼ਾਹਿਰ ਕਰਨੀ ਕਿ ਪੰਜਾਬ ਦੇ ਵਿੱਚ ਅੱਤਵਾਦੀ ਕੋਈ ਵੱਡੀ ਘਟਨਾ ਨੂੰ ਸਾਰੇ ਅੰਜਾਮ ਦੇਣ ਦੇ ਫਿਰਾਕ ਵਿੱਚ ਨੇ। ਤੇ ਅੱਜ ਇਹ ਜਿਹੜਾ ਇੱਕ ਬੰਬ ਜਿਹੜਾ ਮਿਲਦਾ, ਕੁਦਰਤੀ ਤੌਰ ਤੇ ਪੰਜਾਬ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਵਾਸਤੇ ਇੱਕ ਚਿੰਤਾ ਜ਼ਰੂਰ ਜਿਹੜੀ ਉਹ ਪ੍ਰਗਟ ਕਰਦਾ, ਪੰਜਾਬ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਨੂੰ ਵੀ ਪੈਦਾ ਕਰਦਾ ਹੈਗਾ। ਕਿਉਂਕਿ ਜਦੋਂ ਸਾਰਾ ਇਨਪੁਟ ਉਹਨਾਂ ਕੋਲ ਇੰਟੈਲੀਜੈਂਸ ਇਨਪੁਟ ਹੈ, ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਇੱਕ VVIP ਏਰੀਏ ਦੇ ਵਿੱਚ ਅਗਰ ਅਜਿਹੀ ਕੋਈ ਵੀ ਬੰਦਾ ਅਗਰ ਬੰਬ ਇਹੋ ਜਿਹੀ ਚੀਜ਼ ਰੱਖ ਕੇ ਜਾਂਦਾ, ਬੇਸ਼ੱਕ ਉਹ ਚੱਲਿਆ ਨਹੀਂ ਚੱਲਿਆ, ਪਰ ਆਪਣੇ ਆਪ ਸੁਰੱਖਿਆ ਦੇ ਮਾਮਲੇ ਵਿੱਚ ਬੜੀ ਵੱਡੀ ਇਹ ਕੁਤਾਹੀ ਆ
ਇੱਕ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਕਿ ਉਹ ਏਰੀਆ ਜਿੱਥੇ ਚੱਪੇ ਚੱਪੇ ਤੇ ਪੁਲਿਸ ਹੁੰਦੀ ਹੈ, ਹੈਲੀਪੈਡ ਦਾ ਹੋਣਾ, ਉੱਥੇ ਮੁੱਖ ਮੰਤਰੀ ਦਾ ਜਹਾਜ਼ ਦਾ ਹੈ, ਮਾਫ ਕਰਨਾ, ਹੈਲੀਕਾਪਟਰ ਦਾ ਉਤਰਨਾ, ਲੈਂਡ ਕਰਨਾ, ਜੋ ਵੀ ਹੈ, ਤਾਂ ਉੱਥੇ ਅਗਰ ਅਜਿਹੀ ਚੀਜ਼ ਮਿਲਦੀ ਹੈ ਤਾਂ ਸੁਰੱਖਿਆ ਦੇ ਵਿੱਚ ਇੱਕ ਸੇਧ ਜਿਹੜੀ ਆ ਉਹ ਲੱਗਦੀ, ਸਨ ਲੱਗਦੀ ਆ। ਤਾਂ ਇਹ ਸਵਾਲੀਆ ਨਿਸ਼ਾਨ ਪੁਲਿਸ ਦੀ ਕਾਰਜਕਾਰੀ ਤੇ ਵੀ ਲੱਗਦਾ। ਇਸ ਦਾ ਸਾਫ਼ ਮਤਲਬ ਤਾਂ ਇਹੋ ਹੀ ਮੰਨਦਾ ਕਿ ਇਹ ਕਿਸਮ ਦੀ ਦਹਿਸ਼ਤ ਫੈਲਾਉਣ ਦੇ ਮੁੱਦੇ ਦੇ ਨਾਲ ਹੀ ਉੱਥੇ ਇਹ ਚੀਜ਼ ਰੱਖੀ ਗਈ ਜਾਂ ਉੱਥੇ ਪਹੁੰਚਾਈ ਗਈ। ਪਰ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਇਹ ਦਹਿਸ਼ਤ ਪਹੁੰਚਾਉਣ ਦਾ ਕੱਲ ਨੂੰ ਕਿਸੇ ਮੰਦਭਾਗੀ ਘਟਨਾ ਦੇ ਵਿੱਚ ਵੀ ਇਹ ਚੀਜ਼ ਬਦਲੀ ਜਾ ਸਕਦੀ ਹੈ। ਤੇ ਜਿਹੜੇ ਸੁਰੱਖਿਆ ਕਰਮਚਾਰੀਆਂ ਦੀ ਉੱਥੇ ਡਿਊਟੀ ਆ, ਇਹਦਾ ਮਤਲਬ ਕਿ ਉਹ ਕਿਸ ਪੱਖ ਤੋਂ ਡਿਊਟੀ ਦੇ ਰਹੇ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਹੜਾ ਬੰਦਾ ਕਦੋਂ ਕੋਈ ਚੀਜ਼ ਰੱਖਿਆ। ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਜਿਹੜੇ ਬੀਤੇ ਦੌਰ 'ਚ ਸੁਖਚੈਨ ਸਿੰਘ ਗਿੱਲ ਹੋਣਾ ਦੇ ਕੀਤੇ ਦਾਅਵੇ, ਕੇਸੀ ਵੇਣੂਗੋਪਾਲ ਵੱਲੋਂ ਕੀਤੀਆਂ ਗੱਲਾਂ ਤੇ ਅੱਜ ਇਹ ਕੁਝ ਸਾਹਮਣੇ ਆਉਣਾ ਸੁਖਵਿੰਦਰ ਜੀ ਕੁਦਰਤੀ ਤੌਰ ਤੇ ਪੰਜਾਬ ਸਰਕਾਰ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਇੱਕ ਗੰਭੀਰ ਚੁਣੌਤੀ ਹੈਗਾ। ਤੇ ਸਮਝਦੇ ਹਾਂ ਕਿ ਪੰਜਾਬ ਪੁਲਿਸ ਜਿਹੜੀ ਇਸ ਮਸਲੇ ਨੂੰ ਜਲਦੀ ਹੱਲ ਜਿਹੜਾ ਉਹ ਕਰੇਗੀ ਤਾਂ ਜੋ ਲੋਕਾਂ ਦੇ ਵਿੱਚ ਇੱਕ ਸਹਿਮ ਜਿਹੜਾ ਹੈ, ਇੱਕ ਦਹਿਸ਼ਤ ਜਿਹੜੀ ਆ ਉਹ ਨਾ ਪਨਪ ਸਕੇ। ਨਵੇਂ ਸਾਲ ਦੇ ਮੌਕੇ ਤੇ ਜਿਸ ਤਰੀਕੇ ਨੇ ਆਮ ਤੌਰ ਤੇ ਘਟਨਾਵਾਂ ਹੁੰਦੀਆਂ, ਕਿਉਂਕਿ ਅੱਜ ਵੇਖਿਆ ਜਾਵੇ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਘਟਨਾ ਹੋਈ ਹੈ, ਜੰਮੂ ਦੇ ਵਿੱਚ ਵੀ 3-4 ਹਿੰਦੂਆਂ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ। ਤਾਂ ਇਹ ਤਾਂ ਸਾਰੇ ਪਾਸੇ ਡਿਸਟਰਬ ਏਰੀਆ, ਜਿਸ ਤਰ੍ਹਾਂ ਕੇਸੀ ਵੇਣੂਗੋਪਾਲ ਨੇ JNK ਦਾ ਵੀ ਨਾਂ ਲਿਆ, ਤਾਂ ਬਕਾਇਦਾ ਨਵੇਂ ਸਾਲ ਦੇ ਮੌਕੇ ਤੇ ਅਜਿਹੀਆਂ ਘਟਨਾਵਾਂ ਕਰਨ ਦੀ ਫਰਾਕ ਇਹੋ ਹੀ ਹੁੰਦੀ ਹੈ ਕਿ ਲੋਕਾਂ ਦਾ ਆਪਣੇ ਵੱਲ ਧਿਆਨ ਖਿੱਚਿਆ ਜਾਵੇ। ਪਰ ਪੰਜਾਬ ਪੁਲਿਸ ਤੇ ਜਾਂ ਅਸੀਂ ਉਹ ਅਧਿਕਾਰੀਆਂ ਦੀ ਜਿਹੜੀ ਹੈਗੀ ਆ ਆਪਾਂ ਡਿਊਟੀ ਜਾਂ ਕਾਰਜਸ਼ੈਲੀ ਤੇ ਪ੍ਰਸ਼ਨ ਚਿੰਨ੍ਹ ਜ਼ਰੂਰ ਸੁਖਵਿੰਦਰ ਜੀ ਲੱਗਦਾ ਕਿ VVI ਏਰੀਆ ਦੇ ਵਿੱਚ ਅਗਰ ਅਜਿਹੀ ਘਟਨਾ ਹੁੰਦੀ ਹੈ ਤਾਂ ਕੁਦਰਤੀ ਤੌਰ ਤੇ ਫਿਰ ਸੁਰੱਖਿਆ ਦੇ ਵਿੱਚ ਸਨ ਲਾਉਣ ਦਾ ਮਸਲਾ ਹੀ ਇਸ ਨੂੰ ਸਮਝਿਆ ਜਾ ਸਕਦਾ। ਬਿਲਕੁਲ ਠੀਕ ਹੈ ਅਣਖ ਸਾਹਿਬ, ਆਪਾਂ ਗੱਲਬਾਤ ਜਿਹੜੀ ਅਗਲੀ ਖਬਰ ਦੀ ਲੈ ਲੈਂਦੇ ਹਾਂ। ਅਗਲੀ ਖਬਰ ਵੀ ਬੜੀ ਅਹਿਮ ਹੈ। ਨਵਜੋਤ ਸਿੰਘ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਨੂੰ ਲੈ ਕੇ ਹੈ ਅਣਖੀ ਸਾਹਿਬ। ਨਵਜੋਤ ਸਿੰਘ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਸੰਬੰਧੀ ਵੀ ਅੱਜ ਜਿਹੜੀਆਂ ਬੜੀਆਂ ਖਬਰਾਂ ਚੱਲ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਕਿਹੋ ਜਿਹਾ ਰਹਿਣ ਵਾਲਾ ਹੈ, ਤੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਟਾਈਮਿੰਗ ਦੇ ਉੱਪਰ ਵੀ ਗੱਲਬਾਤ ਹੈ। ਆਪਾਂ ਉਸ ਦਿਨ ਵੀ ਜਿਹੜਾ ਸਾਫ਼ ਕੀਤਾ ਸੀ ਕਿ ਟਾਈਮਿੰਗ ਕੀ ਰਹਿਣ ਵਾਲੀ ਹੈ, ਤੇ ਹਾਲੇ ਵੀ ਦੁਚਿੱਤੀ ਦੇ ਵਿੱਚ ਕੁਝ ਖਬਰਾਂ ਜਿਹੜੀਆਂ ਚੱਲੀਆਂ ਨੇ। ਤੇ ਕਿਵੇਂ ਦੇਖਦੇ ਹੋ? ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਕੁਝ ਨੌਨ ਕਾਂਗਰਸੀ ਜਾਂ ਕਾਂਗਰਸ ਦੇ ਵਿੱਚੋਂ ਕੱਢੇ ਲੀਡਰ ਵੀ ਜਿਹੜੇ ਆ ਉਹ ਆ ਸਕਦੇ ਆ। ਤੇ ਨਵਜੋਤ ਸਿੰਘ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ ਇਹੋ ਜਿਹਾ ਰਹਿਣ ਵਾਲਾ ਜਿੱਥੇ ਵਿਰੋਧੀ ਤੇ ਉੱਥੇ ਆਪਣੀ ਪਾਰਟੀ ਦੇ ਵਿੱਚ ਬੈਠੇ ਵੀ ਸਿਆਸੀ ਜਿਹੜੇ ਵਿਰੋਧੀ ਉਹਨਾਂ ਦੇ ਹੈਗੇ ਆ, ਉਹਨਾਂ ਦੇ ਵੀ ਜਿਹੜੇ ਸਿਰ ਦੁਖਣ ਲੱਗ ਜਾਣਾ ਕਹਿੰਦੇ। ਤਾਂ ਕੀ ਕੁਝ ਜਿਹੜੀ ਤਿਆਰੀ ਹੈਗੀ ਅਣਖੀ ਸਾਹਿਬ, ਤੇ ਕੀ ਕੁਝ ਪੂਰੀ ਗੱਲਬਾਤ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਸ਼ਕਤੀ ਪ੍ਰਦਰਸ਼ਨ ਦੇ ਸੰਬੰਧੀ? ਸੁਖਵਿੰਦਰ ਜੀ, ਨਵਜੋਤ ਸਿੱਧੂ ਸ਼ਕਤੀ ਪ੍ਰਦਰਸ਼ਨ ਕਰਦੇ ਕਿ ਨਹੀਂ ਕਰਦੇ, ਉਹਨਾਂ ਤੇ ਰਿਹਾਈ ਦੇ ਮੌਕੇ ਤੇ ਆਉਣਾ, ਪਰ ਉਹਨਾਂ ਦੇ ਸਮਰਥਕ, ਉਹਨਾਂ ਨੂੰ ਚਾਹਣ ਵਾਲੇ ਜਾਂ ਉਹਨਾਂ ਦੇ ਪਿਆਰ ਕਰਨ ਵਾਲੇ ਜਿਸ ਤਰੀਕੇ ਨਾਲ ਦਾਅਵੇ ਕਰਦੇ ਪਏ ਆ, ਕੁਦਰਤੀ ਤੌਰ ਤੇ ਆਪਣੇ ਆਪ ਹੀ ਉਹਨਾਂ ਦੀ ਰਿਹਾਈ ਆਪਣੇ ਆਪ ਦੇ ਵਿੱਚ ਹੀ ਇੱਕ ਸ਼ਕਤੀ ਪ੍ਰਦਰਸ਼ਨ ਬਣ ਜਾਣਾ। ਕਿਉਂਕਿ ਉਹ ਬੰਦਾ ਤਾਂ ਜੇਲ੍ਹ ਦੇ ਵਿੱਚ ਆ, ਉਹਨੇ ਕਿਸੇ ਨੂੰ ਕੋਈ ਸਲਾਹ ਨਹੀਂ ਪਹੁੰਚਾਈ ਕਿ ਹਾਂ ਵੀ ਮੈਂ ਆਉਣਾ ਬਾਹਰ ਤੇ ਮੇਰੇ ਵਾਸਤੇ ਏਦਾਂ ਦਾ। ਇਹ ਤਾਂ ਉਹਨੂੰ ਲੋਕ ਹੀ ਜਿਹੜੇ ਪਿਆਰ ਕਰਦੇ ਆ ਜਾਂ ਉਸਦੇ ਸਮਰਥਕ ਨੇ ਜਾਂ ਉਸਦੇ ਹਮਾਇਤੀ ਨੇ, ਉਹ ਹੀ ਇੱਕ ਅਜਿਹਾ ਇੱਕ ਵਾਤਾਵਰਨ ਜਿਹੜਾ ਸਿਰਜਿਆ ਗਿਆ ਉਹਨਾਂ ਦੇ ਕਾਰਨ ਕਿ ਉਸ ਦਿਨ ਸ਼ਕਤੀ ਪ੍ਰਦਰਸ਼ਨ ਹੋ ਹੀ ਜਾਣਾ ਆ। ਜਿਹੜਾ ਨਵਜੋਤ ਸਿੱਧੂ ਦੀ ਰਿਹਾਈ ਦਾ ਮੁੱਦਾ ਹੈਗਾ, ਹੁਣ ਜੋ ਸਾਡੇ ਤੱਕ ਜਾਣਕਾਰੀ ਪਹੁੰਚਦੀ ਆ ਉਹਦੇ ਅਨੁਸਾਰ ਤਾਂ ਨਵਜੋਤ ਸਿੱਧੂ 26 ਜਨਵਰੀ ਨੂੰ 12 ਵਜੇ ਦੁਪਹਿਰੇ ਉਹ ਰਿਹਾ ਜਿਹੜਾ ਉਹ ਹੋਣਗੇ। ਤੇ ਜਿਹਦੇ ਵਿੱਚ ਜਦੋਂ ਰਿਹਾਈ ਹੋਵੇਗੀ ਤਾਂ ਵੱਡੇ ਪੱਧਰ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੇ ਉਹਨਾਂ ਦੇ ਮੁਰੀਦ ਨੇ, ਪਿਆਰ ਕਰਨ ਵਾਲੇ ਲੋਕ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਦੇ ਗੱਡੀਆਂ ਲੈ ਕੇ ਆਪੋ ਆਪਣੀ ਪਹੁੰਚਣਗੇ। ਤਾਂ ਉਹਦੇ ਸੰਬੰਧੀ ਅਸੀਂ ਪਿੱਛੇ ਵੀ ਗੱਲ ਕੀਤੀ ਕਿ ਸਟੀਕਰ ਆਦਾ ਵੀ ਛਪਾਏ ਗਏ ਨੇ। ਔਰ ਖਾਸ ਤੌਰ ਤੇ ਸੁਖਿੰਦਰ ਜੀ ਇਹ ਵੇਖਣਾ ਹੋਏਗਾ ਕਿ ਕਾਂਗਰਸ ਦੇ ਉਹ ਲੀਡਰ ਜਿਹੜੇ ਕੇਂਦਰ ਦੀ ਕਾਂਗਰਸ ਦੀ ਹਾਈਕਮਾਨ ਨਾਲ ਨਾਰਾਜ਼ ਨੇ, ਤੇ ਦੂਜੇ ਪਾਸੇ ਰਾਜਾ ਵੜਿੰਗ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਜਾਂ ਤਾਂ ਘਰ ਬੈਠੇ ਆ ਜਾਂ ਰਾਜਾ ਵੜਿੰਗ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ, ਜਿਸ ਤਰ੍ਹਾਂ ਸੁਰਜੀਤ ਸਿੰਘ ਧਮਾਲ ਵਰਗੇ ਬੰਦੇ, ਜਾਂ ਉਹ ਵਿਅਕਤੀ ਜਿਹੜੇ ਇਹ ਸਮਝਦੇ ਆ ਕਿ ਹੁਣ ਇਹ ਜਿਹੜੇ 17-18 ਹੈਗੇ ਨੇ ਇਹਨਾਂ ਦਾ ਕੋਈ ਭਰੋਸਾ ਨਹੀਂ, ਤੇ ਇੱਕ ਲੀਡਰ ਜਿਹਾ ਚਾਹੀਦਾ ਕਿ ਜਿਹਦੇ ਉੱਤੇ ਭਰੋਸਾ ਕੀਤਾ ਜਾ ਸਕੇ ਜਾਂ ਜਿਹਦੇ ਉੱਤੇ ਪੰਜਾਬ ਦੇ ਲੋਕ ਭਰੋਸਾ ਕਰਦੇ ਨੇ। ਤਾਂ ਕੁਦਰਤੀ ਤੌਰ ਤੇ ਉਹ ਆਪਣੇ ਆਪ ਹੀ ਜਿਹੜੇ ਰਾਜਾ ਵੜਿੰਗ ਦੇ ਵਿਰੋਧੀ, ਕੇਂਦਰ ਹਾਈਕਮਾਨ ਨਾਲ ਨਾਰਾਜ਼ ਜਾਂ ਬੀਤੇ ਦੌਰ ਤੇ ਕੱਢੇ ਲੀਡਰ, ਉਹ ਆਪਣੇ ਆਪ ਹੀ ਇੱਕ ਵੱਡੇ ਕਾਫਲੇ ਦੇ ਰੂਪ ਚ ਜੇਕਰ ਉੱਥੇ ਗੇਟ ਤੇ ਪਹੁੰਚਦੇ ਆ ਨਵਜੋਤ ਸਿੱਧੂ ਦੀ ਰਿਹਾਈ ਦੇ ਸਮੇਂ, ਤਾਂ ਸੁਖਵਿੰਦਰ ਜੀ ਉਹ ਸ਼ਕਤੀ ਪ੍ਰਦਰਸ਼ਨ ਫਿਰ ਆਪਣੇ ਆਪ ਹੀ ਰਿਹਾਈ ਜਿਹੜੀ ਆ ਉਹ ਸ਼ਕਤੀ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਉਹ ਪਰਿਵਰਤਿਤ ਹੋ ਜਾਊਗੀ। ਤਾਂ ਪਤਾ ਲੱਗ ਜਾਏਗਾ ਕਿ ਹਾਂ ਵੀ ਕਿੰਨੇ ਲੋਕ ਉਸ ਨਾਲ ਤੁਰਦੇ ਆ। ਇਹ ਵੇਖਣਾ ਹੋਏਗਾ ਖਾਸ ਤੌਰ ਤੇ ਕਿ LOP ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚਦੇ ਉਸ ਮੌਕੇ ਤੇ, ਕਿਉਂਕਿ ਉਹਨਾਂ ਦਾ ਪਹੁੰਚਣਾ ਵੀ ਆਪਣੇ ਆਪ ਚ ਬੜੇ ਵੱਡੇ ਸੰਕੇਤ ਜਿਹੜੇ ਆ ਉਹ ਦੇਵੇਗਾ। ਹੁਣ ਜਿਹੜੀ ਹੋਰ ਜਿਸ ਤਰੀਕੇ ਦੀਆਂ ਸੂਚਨਾਵਾਂ ਮਿਲ ਰਹੀਆਂ ਨੇ ਕਿ ਉਹ ਦਰਬਾਰ ਸਾਹਿਬ ਜਾਣਗੇ, ਦੁਰਗਿਆਣਾ ਮੰਦਿਰ ਜਾਣਗੇ, ਠੀਕ ਆ, ਹਰ ਵਿਅਕਤੀ ਜੋ ਜੇਲ੍ਹ ਤੋਂ ਰਿਹਾ ਹੁੰਦਾ ਕੁਦਰਤੀ ਤੌਰ ਤੇ ਜੇਲ੍ਹ ਤਾਂ ਫਿਰ ਜੇਲ੍ਹ ਹੀ ਆ, ਜੇਲ੍ਹ ਤੋਂ ਬਾਹਰ ਸੁਖੀ ਸੰਦੀ ਬਾਹਰ ਆਉਣਾ ਤੇ ਬਾਹਰ ਆਣ ਕੇ ਫਿਰ ਵਾਹਿਗੁਰੂ ਜੀ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ, ਉਸ ਦੇ ਜੀਵਨ ਦਾ
ਉਸ ਕੜੀ ਦਾ ਅਹਿਮ ਹਿੱਸਾ ਹੁੰਦਾ। ਹਰ ਵਿਅਕਤੀ ਇਸ ਤਰ੍ਹਾਂ ਕਰਦਾ ਹੀ ਹੈ, ਪਰ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਹਨਾਂ ਦੇ ਅਨੁਸਾਰ ਜਿਹੜੀ ਨਵਜੋਤ ਸਿੱਧੂ ਦੀ ਟੀਮ ਜਿਹੜੀ ਆ, ਜਿਹੜੀ ਸਾਰੇ ਇਸ ਅਸੀਂ ਕਹਿ ਸਕਦੇ ਕਿ ਵਰਤਾਰੇ ਨੂੰ ਵੇਖ ਰਹੀ ਆ, ਉਹਨਾਂ ਵੱਲੋਂ ਬਕਾਇਦਾ ਇਸ ਹਫਤੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਾਰਾ ਸਥਿਤੀ ਜਿਹੜੀ ਉਹ ਸਪਸ਼ਟ ਕੀਤੀ ਜਾਵੇਗੀ। ਜੋ ਸੂਤਰਾਂ ਤੋਂ ਸਾਡੇ ਤੱਕ ਜਾਣਕਾਰੀ ਮਿਲੀ ਕਿ ਹਾਂ ਵੀ ਕਿਸ ਤਰੀਕੇ ਦਾ ਉਹਨਾਂ ਦਾ ਰੂਟ ਜਿਹੜਾ ਉਹ ਹੋਵੇਗਾ, ਕਿੱਧਰ ਨੂੰ ਜਾਣਗੇ, ਕਿੱਧਰ ਨੂੰ ਆਉਣਗੇ। ਹੁਣ ਅੰਮ੍ਰਿਤਸਰ ਆਉਣਾ ਕੁਦਰਤੀ ਤੌਰ ਤੇ ਉਹਨਾਂ ਦਾ ਘਰ ਆ, ਆਉਣਗੇ ਉੱਥੇ ਕਿਉਂ ਨਹੀਂ ਆਉਣਗੇ, ਪਟਿਆਲੇ ਵੀ ਉਹਨਾਂ ਦਾ ਘਰ ਆ। ਤਾਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਜਾਣਾ ਜਾਂ ਕਿੱਧਰ ਜਾਣਾ ਉਹ ਉਹਨਾਂ ਦਾ ਇੱਕ ਨਿੱਜੀ ਜਿਹੜਾ ਆਪਾਂ ਕਹਿ ਸਕਦੇ ਕਿ ਉਹਨਾਂ ਦਾ ਹੈਗਾ ਅਧਿਕਾਰ ਆ। ਕਿ ਇਹ ਵੀ ਹੋ ਸਕਦਾ ਕਿ ਵੈਸ਼ਨੋ ਦੇਵੀ ਚਲੇ ਜਾਣ ਜਿਸ ਤਰੀਕੇ। ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਧਾਰਮਿਕ ਬਿਰਤੀ ਦੇ ਆ। ਉਹ ਵੈਸੇ ਵੀ ਦੁਰਗਿਆਣਾ ਮੰਦਿਰ ਜਾਂ ਲਾ ਲਓ ਕਾਲੀ ਮਾਤਾ ਮੰਦਿਰ ਕਹਿ ਲਓ, ਜਾਂ ਫਿਰ ਕਿਸੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਦੂਖ ਨਿਵਾਰਨ ਸਾਹਿਬ, ਦਰਬਾਰ ਸਾਹਿਬ ਤੋਂ ਅਕਸਰ ਤਸਵੀਰਾਂ ਨਵਜੋਤ ਸਿੰਘ ਸਿੱਧੂ ਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਚਾਹੇ ਉਹ ਵੈਸ਼ਨੋ ਦੇਵੀ ਲਾ ਲਓ, ਚਾਹੇ ਉਹ ਹੋਰ ਜਿਹੜੇ ਧਾਰਮਿਕ ਸਥਾਨਾਂ ਤੇ ਲਾ ਲਓ, ਧਾਰਮਿਕ ਬਿਰਤੀ ਦੇ ਹੈਗੇ ਆ। ਉਹ ਤਾਂ ਅੱਜ ਤਾਂ ਚਲੋ ਜੇਲ੍ਹ ਤੋਂ ਬਾਹਰ ਆਉਣਾ, ਉਹ ਤਾਂ ਮੱਥਾ ਟੇਕਣਾ ਹੀ ਟੇਕਣਾ ਹੈ। ਉਹ ਤਾਂ ਵੈਸੇ ਵੀ ਮੱਥਾ ਟੇਕਣ ਜਾਂਦੇ ਰਹਿੰਦੇ ਆ। ਇਹਦੇ ਵਿੱਚ ਵੀ ਕੋਈ ਜਿਹੜੀ ਹੈ ਸਪੈਸ਼ਲ ਪ੍ਰੋਗਰਾਮ ਬਣਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਸਪੈਸ਼ਲ ਪ੍ਰੋਗਰਾਮ ਬਣਾਉਣ ਵਾਲੀ ਗੱਲ ਜਿਹੜੀ ਅੰਕੀ ਸਾਹਿਬ ਇਹ ਜ਼ਰੂਰ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਰੁੱਖ ਕੀ ਰਹਿਣ ਵਾਲਾ, ਨਵਜੋਤ ਸਿੰਘ ਸਿੱਧੂ ਦੀ ਦ੍ਰਿਸ਼ਟੀ ਜਿਹੜੀ ਆ ਉਹ ਪਹਿਲਾਂ ਕਿਹਦੇ ਤੇ ਪੈਣ ਵਾਲੀ ਆ, ਆਪਣੇ ਲੀਡਰਾਂ ਤੇ ਪੈਣ ਵਾਲੀ ਹੈ ਜਾਂ ਸਰਕਾਰ ਤੇ ਪੈਣ ਵਾਲੀ ਹੈ, ਇਹਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਬੈਕਫੁੱਟ ਤੇ ਧੱਕਦਾ। ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆ ਕੇ ਤੰਜ ਕੱਸਣੇ ਆ ਤੇ ਉਹਦੀਆਂ ਗੱਲਾਂ ਨੂੰ ਲੋਕਾਂ ਨੇ ਸੀਰੀਅਸ ਲੈਣਾ ਹੀ ਲੈਣਾ ਹੈ। ਤੇ ਜਿਹਦੇ ਦ੍ਰਿਸ਼ਟੀ ਪੈ ਗਈ ਉਹਨੇ ਬੈਕਫੁੱਟ ਤੇ ਜਾਣਾ ਹੀ ਜਾਣਾ। ਗੱਲ ਤਾਂ ਇਹਦੀ ਹੈ ਅੰਕੀ ਸਾਹਿਬ ਕਿ 12 ਵਜੇ ਕਹਿੰਦੇ ਰਿਹਾਈ ਹੋਣੀ ਆ ਸਿੱਧੂ ਦੀ ਦੁਪਹਿਰੇ। ਬਿਲਕੁਲ ਸੁਖਿੰਦਰ, ਤੁਸੀਂ ਇਹ ਦੇਖੋ ਕਿ ਅਜੇ ਨਵਜੋਤ ਸਿੱਧੂ ਦੇ ਰਿਹਾ ਹੋਣ 'ਚ ਅਜੇ 22 ਦਿਨ ਹੈਗੇ ਨੇ, 22 ਜਾਂ 23 ਦਿਨ। ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਗਰਮਾ ਗਈ ਹੈ, ਖਾਸ ਤੌਰ ਤੇ ਕਾਂਗਰਸੀ ਖੇਮਿਆਂ ਦੇ ਵਿੱਚ। ਉਹ ਉਸ ਦੀ ਰਿਹਾਈ ਨੂੰ ਲੈ ਕੇ ਕਦੇ ਕੋਈ ਖਬਰ ਲੱਗਦੀ ਹੈ, ਕਦੇ ਕੋਈ ਖਬਰ ਲੱਗਦੀ ਹੈ। ਰਾਜਾ ਵੜਿੰਗ ਦੇ ਬਿਆਨ ਵੀ ਆ ਜਾਂਦੇ ਨੇ ਕਿ ਹਾਂ ਵੀ ਕੋਈ ਗੱਲ ਨਹੀਂ, ਮੈਂ ਵੀ ਸਵਾਗਤ ਕਰ ਸਕਦਾ, ਉਹਨਾਂ ਨੂੰ ਉਹ ਵੀ ਆ ਜਾਣ। ਕਹਿਣ ਦਾ ਅਰਥ ਹੈ ਕਿ ਉਹ ਬੰਦਾ ਜੀ ਬਾਹਰ ਨਹੀਂ ਆਇਆ, ਉਹਦਾ ਨਾਮ ਹੀ ਤੇ ਨਾਲ ਹੀ ਚਰਚਾਵਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਤੇ ਜਿਸ ਦਿਨ ਉਹ 26 ਜਨਵਰੀ ਨੂੰ 12 ਤਰੀਕ ਨੂੰ ਰਿਹਾ ਹੋ ਕੇ ਬਾਹਰ ਆਵੇਗਾ ਤਾਂ ਕੁਦਰਤੀ ਤੌਰ ਤੇ ਉਹ ਚਰਚਾਵਾਂ ਜਿਹੜੀਆਂ ਨੇ ਫਿਰ ਹਕੀਕਤ 'ਚ ਬਦਲਣਗੀਆਂ ਕਿ ਹਾਂ ਵੀ ਕੀ ਹੁੰਦਾ। ਕਿਉਂਕਿ ਪਾਰਟੀ ਦੇ ਇਹ ਜਿਹੜੇ 17-18 ਵਿਧਾਇਕ ਨੇ ਜਾਂ ਰਾਜਾ ਵੜਿੰਗ ਜਾਂ ਇਹ ਗਰੁੱਪ ਜਿਹੜਾ, ਇਸ ਗਰੁੱਪ ਨਾਲ ਤਾਂ ਨਵਜੋਤ ਸਿੱਧੂ ਤੁਰਨ ਤੋਂ ਪੂਰਨ ਤੌਰ ਤੇ ਅਸਮਰੱਥ ਆ। ਉਹ ਨਾ ਕਰੇਗਾ ਕਿਉਂਕਿ ਪਹਿਲਾਂ ਹੀ ਇਹਨਾਂ ਤੋਂ ਉਹ ਵਿੱਥ ਬਣਾ ਕੇ ਚੱਲਦਾ ਪਿਆ। ਤੇ ਅਜਿਹੀ ਸਥਿਤੀ ਦੇ ਵਿੱਚ ਜਦੋਂ ਉਹ ਬਾਹਰ ਆਏਗਾ ਤੇ ਇੱਕ ਵੱਡਾ ਕਾਫਲਾ ਉਹਨਾਂ ਕਾਂਗਰਸੀ ਨੇਤਾਵਾਂ ਦਾ, ਜਿਹੜੇ ਟਕਸਾਲੀ ਕਾਂਗਰਸ ਨੇ, ਪੁਰਾਣੇ ਕਾਂਗਰਸੀ ਨੇ, ਉਹ ਜਾ ਕੇ ਜਦੋਂ ਜੁੜਦੇ ਆ ਤਾਂ ਕੁਦਰਤੀ ਤੌਰ ਤੇ ਇੱਕ ਖਿਲਾਅ ਜਿਹੜਾ ਆ ਉਹ ਪੈਦਾ ਹੋਵੇਗਾ ਰਾਜਾ ਪੰਜਾਬ ਦੀ ਕਾਂਗਰਸ ਦੇ ਵਿੱਚ। ਤਾਂ ਉਦੋਂ ਪਤਾ ਲੱਗੇਗਾ ਕਿ ਫਿਰ ਅਸਲੀ ਜਿਹੜੀ ਗੇਮ ਜਿਹੜੀ ਆ ਉਹ ਕਿਸ ਤਰ੍ਹਾਂ ਖੇਡ ਜਿਹੜੀ ਹੈ ਕਿਵੇਂ ਖੇਡੀ ਜਾਣੀ ਹੈ, ਕੀ ਕਰਨਾ ਜਾਂ ਕੀ ਨਹੀਂ ਹੋਣਾ। ਕਹਿਣ ਦਾ ਅਰਥ ਹੈ ਕਿ ਕੀ ਉਸ ਵੇਲੇ ਬਾਹਰ ਆਉਂਦੇ ਆ ਸਾਰੀ ਕਾਂਗਰਸ ਦੀ ਹਾਈਕਮਾਨ ਉਹਨਾਂ ਨੂੰ ਪ੍ਰਧਾਨਗੀ ਵਾਸਤੇ ਆਫਰ ਦਿੰਦੀ ਹੈ? ਪਹਿਲਾ ਪ੍ਰਸ਼ਨ ਤਾਂ ਇਹ ਵੀ। ਦੂਜੇ ਧੜੇ ਨੂੰ ਇਹ ਵੀ ਫਿਕਰ ਹੈ ਕਿ ਜਿਸ ਦੇ ਕਹਿੰਦਾ ਚਿੱਠੀ ਦੀ ਅਸੀਂ ਗੱਲ ਕੀਤੀ ਕਿ ਚਿੱਠੀ ਦੇ ਚ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾ ਸਕਦੀ, ਤੇ ਉਸ ਜ਼ਿੰਮੇਵਾਰੀ ਕਰਕੇ ਹੀ ਸੁਖਵਿੰਦਰ ਜੀ ਇਹ ਜਿਹੜਾ ਨਵਜੋਤ ਸਿੱਧੂ ਦਾ ਵਿਰੋਧੀ ਧੜਾ ਉਹਨਾਂ ਦੇ ਵਿੱਚ ਇੱਕ ਘਬਰਾਹਟ ਦੀ ਸਥਿਤੀ ਹੈ ਕਿ ਪਤਾ ਨਹੀਂ ਕੀ ਹੋ ਜਾਣਾ। ਤੇ ਜੇ ਆਉਂਦਿਆਂ ਹੀ ਉਹਦਾ, ਹਾਲਾਂਕਿ ਇਹੋ ਸੰਭਾਵਨਾ ਨਹੀਂ ਹੈ ਕਿ 26 ਜਨਵਰੀ ਨੂੰ ਬਾਹਰ ਆਉਣ ਤੇ 27 ਨੂੰ ਹੀ ਉਹਨਾਂ ਨੂੰ ਪਾਰਟੀ ਪ੍ਰਧਾਨ ਬਣਾਉਂਦੇ ਨੇ, ਇਹ ਵੀ ਗੱਲ ਨਾਲ ਕਿ ਇਦਾਂ ਦੀ ਸੰਭਾਵਨਾ ਹੈ ਨਹੀਂ। ਪਰ ਜਿਸ ਤਰੀਕੇ ਨਾਲ ਚਰਚਾਵਾਂ ਨੇ ਕਿ ਹੋ ਵੀ ਸਕਦਾ ਕਿ ਬਣਾ ਦੇਣ, ਤਾਂ ਉਹ ਚੀਜ਼ ਨੂੰ ਲੈ ਕੇ ਫਿਰ ਇਹਨਾਂ ਦਾ ਰੁਖ ਕੀ ਹੈ ਕਿ ਇਸ ਜਿਹੜੀ ਵਿਰੋਧੀ ਧੜਾ ਜਿਹੜਾ ਰਾਜਾ ਵੜਿੰਗ ਜਾਂ ਹੋਰ ਬੰਦੇ ਜਿਹੜੇ ਨੇ ਜਿਹੜੇ ਨਵਜੋਤ ਸਿੱਧੂ ਤੋਂ ਜਾਂ ਨਵਜੋਤ ਸਿੱਧੂ ਜਿਹਨਾਂ ਤੋਂ ਵਿੱਥ ਬਣਾ ਕੇ ਚੱਲਦੇ ਨੇ, ਕੀ ਫਿਰ ਨਵਜੋਤ ਸਿੱਧੂ ਨਾਲ ਕੰਮ ਕਰਨ ਨੂੰ ਤਿਆਰ ਹੋਣਗੇ ਤੇ ਜਾਂ ਉਹ ਪਾਰਟੀ ਦਾ ਰੁਖ ਵੱਖਰਾ ਬਣਾਉਣਗੇ। ਕਹਿਣ ਦਾ ਅਰਥ ਆ ਕਿ ਬਹੁਤ ਕੁਝ ਇਹੋ ਜਿਹਾ 26 ਤੋਂ ਬਾਅਦ ਸਾਨੂੰ ਵੇਖਣ ਨੂੰ ਮਿਲ ਸਕਦਾ ਜਿਨ੍ਹਾਂ ਦੇ ਬਾਰੇ ਕਿਆਸ ਲਾਈਆਂ ਵੀ ਅਸੀਂ ਸ਼ਾਇਦ ਨਾ ਲਾਈਆਂ ਹੋਣ। ਬਾਕੀ ਇਹ ਗੱਲ ਪੱਕੀ ਆ ਕਿ ਉਹਦੇ ਆਉਣ ਦੇ ਕਰਕੇ ਨਵਜੋਤ ਸਿੱਧੂ ਤੋਂ ਰਿਹਾ ਹੋਣ ਤੋਂ ਪਹਿਲਾਂ ਹੀ ਉਹਦੇ ਵਾਸਤੇ ਇੱਕ ਗਰਾਊਂਡ, ਇੱਕ ਜ਼ਮੀਨ ਆਪਣੇ ਆਪ ਹੀ ਤਿਆਰ ਹੋ ਚੁੱਕੀ ਆ। ਤੇ ਉਸ ਜ਼ਮੀਨ ਤੇ ਆਉਂਦੇ ਹੀ ਉਸਨੇ ਆਪਣੀ ਸਰਗਰਮ ਸਿਆਸਤ ਜਿਹੜੀ ਆ ਉਹਨੇ ਦੁਬਾਰਾ ਉੱਥੋਂ ਹੀ ਸ਼ੁਰੂ ਕਰਨੀ ਆ ਜਿੱਥੋਂ ਪਟਿਆਲੇ ਤੋਂ ਹਾਥੀ ਤੋਂ ਉਤਰ ਕੇ, ਹਾਥੀ ਤੇ ਚੜ੍ਹ ਕੇ ਸ਼ੁਰੂ ਕੀਤੀ ਸੀ ਤੇ ਫਿਰ ਹਾਥੀ ਤੋਂ ਉਤਰ ਕੇ ਉਹ ਚਲੇ ਗਏ। ਉਹਨਾਂ ਵਾਸਤੇ ਇੱਕ ਗਰਾਊਂਡ ਜਿਹੜੀ ਤਿਆਰ ਹੋ ਚੁੱਕੀ ਆ। ਉਹ ਗਰਾਊਂਡ ਹੋਰ ਤਰ੍ਹਾਂ ਦੀ ਆ, ਉਹੋ ਜਿਹੀ ਗਰਾਊਂਡ ਨਹੀਂ ਕਿ ਵਿਕਰਮ ਮਜੀਠੀਆ ਵਰਗੀ, ਕਿਉਂਕਿ ਵਿਕਰਮ ਮਜੀਠੀਆ ਜਦੋਂ ਰਿਹਾ ਹੋਇਆ ਸੀ 5-7 ਜਿਹੜੇ ਬੰਦੇ ਹੋਣਗੇ ਉਹਨਾਂ ਦਾ ਨਾਲ ਸੀ ਤੇ ਉਦੋਂ ਦੇ ਉਹ ਘਰ ਬੈਠੇ ਨੇ। ਕੋਈ ਉਹਨਾਂ ਕੋਲ ਸਰਗਰਮ ਜਿਹੜੀ ਅਸੀਂ ਕਹਿ ਸਕਦੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਅਹਿਮ ਭੂਮਿਕਾ ਨਹੀਂ, ਬਿਆਨ ਉਹ ਜ਼ਰੂਰ ਦੇ ਦਿੰਦੇ ਆ। ਪਰ ਨਵਜੋਤ ਸਿੱਧੂ ਜਦੋਂ ਆਏਗਾ ਤੁਸੀਂ ਦੇਖਿਓ ਕਿ ਕਿਸ ਤਰੀਕੇ ਨਾਲ ਡਿਫਰੈਂਟ ਸਥਿਤੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਵੀ ਇਹਦੇ ਪ੍ਰਤੀ ਆਪਣਾ ਰੁਖ ਦੱਸੂਗਾ, ਉਹਨੇ ਵੀ ਆਪਣੇ ਮੋਹਰੇ ਜਿਹੜੇ ਨੇ ਵਿਛਾ ਦਿੱਤੇ ਹੋਣਗੇ। ਸੁਖਬੀਰ ਬਾਦਲ ਦੀ ਵੀ ਸਟੇਟਮੈਂਟ ਆਏਗੀ। ਸੋ ਕਹਿਣ ਦਾ ਅਰਥ ਕਿ ਕੇਵਲ ਕਾਂਗਰਸੀ ਖੇਮਿਆਂ ਦੇ ਵਿੱਚ ਹੀ ਨਵਜੋਤ ਸਿੱਧੂ ਨੂੰ ਲੈ ਕੇ ਇਹੋ ਜਿਹੀ ਘਬਰਾਹਟ ਜਾਂ ਇਹੋ ਜਿਹੀ ਸਥਿਤੀ ਨਹੀਂ ਵੇਖਣ ਦੀ ਮਿਲ ਰਹੀ, ਬਲਕਿ ਦੂਜੀਆਂ ਪਾਰਟੀਆਂ ਦਾ ਧਿਆਨ ਵੀ ਨਵਜੋਤ ਸਿੱਧੂ ਦੀ ਰਿਹਾਈ ਦੇ ਉੱਤੇ ਪੂਰਨ ਤੌਰ ਤੇ ਟਿਕਿਆ ਹੋਇਆ ਹੈ। ਬਿਲਕੁਲ ਬਿਲਕੁਲ। ਤਾਂ ਦੂਜੇ ਪਾਸੇ ਅੰਕੀ ਸਾਹਿਬ ਗੱਲਬਾਤ ਜਿਹੜੀ ਹੈ ਆਪਾਂ
ਕਰ ਲੈਂਦੇ ਆ ਕਿ ਕੁਝ ਕਾਂਗਰਸੀ ਲੀਡਰ ਜਿਹੜੇ ਆ, ਤੁਹਾਨੂੰ ਚੇਤਾ ਹੋਊਗਾ ਕਿ ਜਦੋਂ ਸਰਕਾਰ ਬਦਲੀ ਆ, ਭਾਜਪਾ ਜਾ ਕੇ ਵੜ ਗਏ। ਚਰਚਾਵਾਂ ਇਹ ਸੀ ਕਿ ਇਹ ਜਿਹੜੇ ਆ ਡਰਦੇ ਭਾਜਪਾ ਚੱਲੇ ਆ, ਕਿਤੇ ਭਗਵੰਤ ਮਾਨ ਦੀ ਸਰਕਾਰ ਨੇ ਉਹਦੀਆਂ ਇਨਕੁਆਰੀਆਂ ਨਾ ਖੋਲ ਦੇ। ਕਿ ਭਗਵੰਤ ਸਿੰਘ ਮਾਨ ਨੇ ਉਦੋਂ ਹੀ ਇਹ ਗੱਲ ਕਹਿਤੀ ਸੀ ਕਿ ਜਿੱਧਰ ਮਰਜ਼ੀ ਭੱਜ ਰਹਿਣ, ਜਿਨ੍ਹਾਂ ਨੇ ਗਲਤ ਕੰਮ ਕੀਤੇ ਉਹ ਮੈਂ ਟੰਗਣੇ ਹੀ ਟੰਗਣੇ ਆ। ਤੇ ਹੁਣ ਨਵੇਂ ਭਾਜਪਾ ਦੇ ਵਿੱਚ ਗਏ ਬਲਬੀਰ ਸਿੰਘ ਸਿੱਧੂ ਜਿਹੜੇ ਆ, ਜਿਨ੍ਹਾਂ ਨੂੰ ਪਿਛਲੇ ਦਿਨੀ ਭਾਜਪਾ ਨੇ ਸਿਕਿਉਰਿਟੀ ਵੀ ਦਿੱਤੀ ਹੈ ਤੇ ਪਿਛਲੇ ਦਿਨੀ ਇੱਕ ਅਹੁਦਾ ਵੀ ਦਿੱਤਾ ਹੈ, ਤੇ ਹੁਣ ਕਹਿੰਦੇ ਉਹਨਾਂ ਦੀ ਵੀ ਜਾਂਚ ਜਿਹੜੀ ਹੈ ਚੱਲਣ ਜਾ ਰਹੀ ਹੈ ਜਲਦ, ਤੇ ਵਿਜੀਲੈਂਸ ਦੀ ਰਡਾਰ ਤੇ ਆ ਚੁੱਕੇ ਆ। ਅਣਖੀ ਸਾਹਿਬ, ਕਿਵੇਂ ਦੇਖਦੇ ਹੋ ਇਸ ਕਾਰਵਾਈ ਨੂੰ? ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੜਾ ਭਾਜਪਾ ਦੇ ਵਿੱਚ ਜਾਣ ਦਾ ਰੁਝਾਨ ਜਿਹੜਾ ਬਣਿਆ ਸੀਗਾ ਕਿ ਉੱਧਰ ਜਾ ਕੇ ਸ਼ਾਇਦ ਬਚ ਜਾਾਂਗੇ, ਇਹਦਾ ਮਤਲਬ ਫਿਰ ਉਹ ਜਿਹੜਾ ਰੁਝਾਨ ਹੁਣ ਮੈਨੂੰ ਲੱਗਦਾ ਲੀਡਰਾਂ ਦੇ ਵਿੱਚ ਬੰਦ ਹੋ ਜਾਊਗਾ। ਮੈਨੂੰ ਤਾਂ ਨਹੀਂ ਲੱਗਦਾ ਕਿ ਜਿਵੇਂ ਬੱਗੇ ਦੇ ਪਿੱਛੇ ਉਹਨਾਂ ਨੇ ਸਟੈਂਡ ਲੈ ਲਿਆ ਸੀਗਾ, ਤਾਂ ਬਲਬੀਰ ਸਿੱਧੂ ਦੇ ਪਿੱਛੇ ਭਾਜਪਾ ਜਿਹੜੀ ਇੰਨਾ ਸਟੈਂਡ ਲਊ, ਕਿਉਂਕਿ ਇਸ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਦੇ ਮਗਰ ਵੀ ਕੋਈ ਸਟੈਂਡ ਚੂੜ ਉਹਨਾਂ ਨੇ ਲਿਆ ਨਹੀਂ। ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਸੁਖਵਿੰਦਰ ਜੀ, ਭਾਜਪਾ ਜਿਹੜੀ ਨਾ ਜਿਹੜੀ ਰਣਨੀਤੀ ਬੜੀ ਸੋਚ ਸਮਝ ਕੇ ਚੱਲਦੀ ਪਈ ਹੈ। ਹੁਣ ਬਲਬੀਰ ਸਿੱਧੂ ਦੇ ਸੰਬੰਧੀ ਜਿਸ ਤਰੀਕੇ ਦੀਆਂ ਖਬਰਾਂ ਆਈਆਂ ਨੇ ਕਿ ਮੁਹਾਲੀ ਤੇ ਰੋਪੜ ਦੇ ਵਿੱਚ ਜਿਹੜੀ ਕਰੋੜਾਂ ਦੇ ਹਿਸਾਬ ਨਾਲ ਉਹਨਾਂ ਨੇ ਜ਼ਮੀਨ ਖਰੀਦੀ, ਉਸ ਖਰੀਦ ਦੇ ਸੰਬੰਧੀ ਜਿਹੜੀ ਆ ਕਰੋੜਾਂ ਦੇ ਹਿਸਾਬ ਨਾਲ ਉਹ ਜ਼ਮੀਨ ਜਿਹੜੀ ਉਹਨਾਂ ਦੇ ਨਾਮ ਬਚਦੀ ਆ, ਤਾਂ ਉਹਦੀ ਵਿਜੀਲੈਂਸ ਨੇ ਜਾਂਚ ਕਰਨੀ ਸ਼ੁਰੂ ਕਰਤੀ ਹੈ। ਉਹਨਾਂ ਦੀ ਪਤਨੀ ਦੇ ਨਾਂ ਦੇ ਉੱਤੇ ਵੀ ਜ਼ਮੀਨ ਜਾਇਦਾਦਾਂ ਹੈਗੀਆਂ ਨੇ, ਉਹਦੇ ਉੱਤੇ ਵੀ ਵਿਜੀਲੈਂਸ ਨੇ ਆਪਣਾ ਕੰਮ ਜਿਹੜਾ ਸ਼ੁਰੂ ਕਰਤਾ। ਤੇ ਇਸ ਤੋਂ ਪਹਿਲਾਂ 2-4 ਦਿਨ ਪਹਿਲਾਂ ਉਹਨਾਂ ਦਾ ਭਰਾ ਜਿਹੜਾ ਜੀਤੀ ਸਿੱਧੂ, ਉਹਨੂੰ ਵੀ ਉੱਥੋਂ ਕੌਂਸਲਰ ਦੇ ਪਦ ਤੋਂ ਉਹਨਾਂ ਨੂੰ ਬਰਖਾਸਤ ਕਰਤਾ। ਇਹ ਵੀ ਇੱਕ ਬੜੀ ਅਹਿਮ ਘਟਨਾ ਜਿਹੜਾ ਵਿਦੇਸ਼ ਦੇ ਵਿੱਚ ਉਹਦੇ ਉੱਤੇ ਭ੍ਰਿਸ਼ਟਾਚਾਰ ਦੇ ਜਿਹੜੇ ਦਾਗ ਜਿਹੜੇ ਇਲਜ਼ਾਮ ਜਿਹੜੇ ਉਹ ਲੱਗੇ ਸਨ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਉਹਨਾਂ ਦੇ ਭਰਾ ਨੂੰ ਕੌਂਸਲਰ ਦੇ ਪਦ ਤੋਂ ਖਤਮ ਕਰਨਾ, ਲਾ ਦੇਣਾ, ਬਰਖਾਸਤ ਕਰ ਦੇਣਾ, ਮੇਅਰ ਸੀ ਮੇਰਾ ਖਿਆਲ, ਮੇਅਰ ਦਾ ਪਦ ਵੀ ਉਹਨਾਂ ਕੋਲ ਲੈ ਲਿਆ ਗਿਆ। ਤੇ ਹੁਣ ਜਿਸ ਤਰੀਕੇ ਨਾਲ ਬਲਬੀਰ ਸਿੱਧੂ ਦੇ ਸੰਬੰਧੀ ਜਾਂਚ ਦੇ ਆਦੇਸ਼ ਜਾਂ ਜਾਂਚ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਸੁਖਵਿੰਦਰ ਜੀ, ਆਉਂਦਿਆਂ ਦਿਨਾਂ ਦੇ ਵਿੱਚ ਇਹ ਜਿਹੜੇ ਲੀਡਰ ਇਸ ਦਰੋਂ ਭਾਜਪਾ ਦੀ ਪੌੜੀ ਚੜ੍ਹੇ ਸਨ ਕਿ ਸ਼ਾਇਦ ਅਸੀਂ ਬਚ ਜਾਵਾਂਗੇ, ਹੁਣ ਉਹਦੇ ਉੱਤੇ ਇੱਕ ਕਿਸਮ ਦੀ ਰੋਕ ਜਿਹੜੀ ਆ ਉਹ ਜ਼ਰੂਰ ਲੱਗੂਗੀ। ਸ਼ਾਮ ਸੁੰਦਰ ਅਰੋੜੇ ਦੀ ਗੱਲ ਕਰ ਲਓ, ਸ਼ਾਮ ਸੁੰਦਰ ਅਰੋੜੇ ਦੇ ਸੰਬੰਧ ਵਿੱਚ ਭਾਜਪਾ ਨੇ ਕੋਈ ਵੀ ਸ਼ਬਦ ਜਿਹੜਾ ਨਹੀਂ ਬੋਲਿਆ। ਬਲਬੀਰ ਸਿੱਧੂ ਦੇ ਅਗਰ ਖਿਲਾਫ ਕੋਈ ਇਹੋ ਜਿਹੇ ਪੁਖਤਾ ਸਬੂਤ ਆਉਂਦੇ ਆ ਤਾਂ ਸੁਖਵਿੰਦਰ ਜੀ ਫਿਰ ਭਾਜਪਾ ਵਾਸਤੇ ਬੜੀ ਦੁਚਿੱਤੀ ਦੀ ਸਥਿਤੀ ਹੋ ਜਾਏਗੀ, ਕਿਉਂਕਿ ਉਹ ਪਹਿਲਾਂ ਹੀ ਇੰਨੀ ਗੱਲ ਕਹਿ ਚੁੱਕੇ ਆ ਕਿ ਅਸੀਂ ਕਰਪਟ ਬੰਦਿਆਂ ਨੂੰ ਨਹੀਂ ਲੈਣਾ। ਤੇ ਸ਼ਾਇਦ ਇਹੋ ਹੀ ਸੁਖਵਿੰਦਰ ਜੀ ਕਾਰਨ ਆ ਕਿ ਜਦੋਂ ਇਹ 5-6 ਬੰਦੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਦਿਨਾਂ 'ਚ ਬੜੇ ਨਾਮ ਸੀ, 2-4 ਨਾਮ ਹੋਣ ਜਿਨ੍ਹਾਂ ਦਾ ਇਹ ਕਿਹਾ ਜਾਂਦਾ ਸੀ ਕਿ ਇਹ ਵੀ ਭਾਜਪਾ 'ਚ ਜਾ ਸਕਦੇ ਆ, ਪਰ ਭਾਜਪਾ ਨੇ ਫਿਰ ਉਹਨਾਂ ਦੀ ਗੱਲ ਸੁਣੀ ਨਹੀਂ, ਤੇ ਨਾ ਹੀ ਫਿਰ ਉਹਨਾਂ ਬੰਦਿਆਂ ਦੀ ਗੱਲ ਉਹਨਾਂ ਨੇ ਭਾਜਪਾ ਨਾਲ ਗੱਲ ਆਪਣਾ ਨਾਤਾ ਜਿਹੜਾ ਜੋੜਿਆ। ਮੇਰੀ ਮੁਰਾਦ ਜਿਹੜੀ ਓਮ ਪ੍ਰਕਾਸ਼ ਸੋਨੀ ਦਾ ਨਾਮ ਹੀ ਵੱਜਦਾ ਸੀ ਉਹਨਾਂ ਦਿਨਾਂ ਦੇ ਵਿੱਚ। ਤੇ ਹੁਣ ਜੇਕਰ ਭਾਜਪਾ ਅਜਿਹੀ ਸਥਿਤੀ ਦੇ ਵਿੱਚ ਜਦੋਂ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਮੰਨ ਲਓ ਬਲਬੀਰ ਸਿੱਧੂ ਫੜੇ ਜਾਂਦੇ ਨੇ ਜਾਂ ਗ੍ਰਿਫਤਾਰ ਕਰਦੀ ਆ, ਤਾਂ ਭਾਜਪਾ ਫਿਰ ਉਹਦਾ ਸਾਥ ਨਹੀਂ ਦਊਗੀ। ਭਾਜਪਾ ਦਾ ਕੰਮ ਸਿਰਫ ਉਹਨਾਂ ਕੀ ਆ ਕਿ ਸਿਕਿਉਰਿਟੀ ਤੁਹਾਨੂੰ ਦੇ ਦਿੱਤੀ ਆ, ਕਿਉਂਕਿ ਭਾਜਪਾ ਨੇ 2024 ਦੀਆਂ ਚੋਣਾਂ ਲੜਦੀਆਂ ਨੇ। ਕਿਉਂਕਿ ਜੇਕਰ ਅਜਿਹੀ ਸਥਿਤੀ ਦੇ ਵਿੱਚ ਬਲਬੀਰ ਸਿੱਧੂ ਦੇ ਪਿੱਛੇ ਆਣ ਕੇ ਭਾਜਪਾ ਖਲੋਂਦੀ ਆ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਇਸ ਮੁੱਦੇ ਤੇ ਜ਼ਰੂਰ ਭਾਜਪਾ ਨੂੰ ਘੇਰਨਗੇ ਕਿ ਹਾਂ ਭਾਈ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਜੇ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਜਾਂ ਇਹ ਕਰਨਾ ਤੇ ਤੁਹਾਡੇ ਆਪਣੇ ਬੰਦੇ ਜਿਹੜੇ ਆ ਇਹੋ ਜਿਹੇ ਲਿਪਤ। ਤੇ ਦੂਸਰੇ ਪਾਸੇ ਸੁਖਵਿੰਦਰ ਜੀ ਗੱਲ ਇਹ ਆ ਕਿ ਬਲਬੀਰ ਸਿੱਧੂ ਕਾਂਗਰਸ ਦੇ ਵਿੱਚੋਂ ਭਾਜਪਾ 'ਚ ਗਿਆ ਆ, ਉਹ ਭਾਜਪਾ ਦਾ ਕੋਈ ਟਕਸਾਲੀ ਬੰਦਾ ਨਹੀਂ ਹੈ। ਇਹ ਭਾਜਪਾ ਵੀ ਸਮਝਦੀ ਹੈ ਠੀਕ ਅਗਲੇ ਨੇ ਵਰਤਣਾ ਹੀ ਵਰਤ ਲਿਆ, ਵਰਤ ਕੇ ਠੀਕ ਆ ਉੱਥੇ ਕਰਤਾ। ਹੁਣ ਜਿਹੜੀ ਸਥਿਤੀ ਆ ਉਹ ਸੁਖਵਿੰਦਰ ਜੀ ਉਹਦੇ ਉੱਤੇ ਆਪਣੀ ਹੋਵੇਗੀ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਕੈਬਨਿਟ ਦੇ ਵਿੱਚ ਬਲਬੀਰ ਸਿੱਧੂ ਨੂੰ ਸ਼ਾਮਲ ਨਹੀਂ ਸੀ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਮਤਲਬ ਜਦੋਂ ਵਜ਼ਾਰਤ ਵਿੱਚੋਂ ਮੰਤਰੀ ਸਨ, ਚਰਨਜੀਤ ਚੰਨੀ ਨੇ ਨਹੀਂ ਸੀ ਕੀਤਾ। ਤਾਂ ਹੁਣ ਵੇਖਣਾ ਹੋਵੇਗਾ ਕਿ ਕਿਤੇ ਇੱਕ ਪਾਸੇ ਤਾਂ ਚੰਨੀ ਸਾਹਿਬ ਦੇ ਪਰੌਂਠੇ ਦੀ ਗੱਲ ਚੱਲਦੀ ਆ, ਹੁਣ ਦੂਜੇ ਪਾਸੇ ਬਲਬੀਰ ਸਿੱਧੂ ਦੇ ਸੈਨੇਟਰ ਦੇ ਜਿਹੜੇ ਕੱਪੜੇ ਕੋਵਿਡ ਦੇ ਸਮੇਂ ਉਹਨਾਂ ਦੀ ਗੱਲ ਵੀ ਕਹਿੰਦੇ ਨਾਲ ਚੱਲਣੀ ਸ਼ੁਰੂ ਹੋ ਗਈ ਆ। ਕਿਤੇ ਹੁਣ ਦੋਵੇਂ ਦੁਬਾਰਾ ਇੱਕੋ ਹੀ ਪਲੇਟਫਾਰਮ ਤੇ ਕਿਤੇ ਨਾ ਮਿਲਣ, ਜਿਸ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਜੇਲ੍ਹ ਦੇ ਵਿੱਚ ਆ, ਸੰਗਤ ਸਿੰਘ ਗਿੱਲ ਜੀ ਮਾਫ ਕਰਦਾ, ਭਾਰਤ ਭੂਸ਼ਣ ਆਸ਼ੂ ਜੇਲ੍ਹ 'ਚ, ਤਾਂ ਹੋ ਸਕਦਾ ਕਿ ਅਗਲੇ ਦਿਨਾਂ 'ਚ ਇਹਨਾਂ ਦਾ ਨੰਬਰ ਲੱਗ ਜਾਏ। ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਬਣਦੀਆਂ ਪਈਆਂ ਨੇ। ਹੁਣ ਇਹ ਗੱਲ ਪੱਕੀ ਹੈ ਕਿ ਭਾਜਪਾ ਦੇ ਵਿੱਚ ਜਾਣ ਦੇ ਨਾਲ ਇਹਨਾਂ ਲੋਕਾਂ ਦਾ ਛੁਟਕਾਰਾ ਨਹੀਂ ਜੇ ਹੋਣਾ, ਜਿਸ ਤਰੀਕੇ ਨਾਲ ਸਥਿਤੀਆਂ ਜਿਹੜੀਆਂ ਸਾਹਮਣੇ ਨਜ਼ਰ ਆ ਰਹੀਆਂ ਨੇ ਜੀ। ਤਾਂ ਸਾਰੇ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।